ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਸਾਡੀ ਟੀਮ ਦੇ ਸੀਨੀਅਰ ਹੋਸਟ ਯੋਗਰਾਹੀ ਗੁਪਤਾ ਜੀ ਔਰ ਹਰਪ੍ਰੀਤ ਜਵੰਦਾ ਜੀ ਸਟੂਡੀਓ ਦੇ ਵਿੱਚ ਹਾਜ਼ਰ ਨੇ। ਤੁਹਾਡਾ ਦੋਨਾਂ ਸ਼ਖਸੀਅਤਾਂ ਦਾ ਬਹੁਤ-ਬਹੁਤ ਮਾਣ ਸਤਿਕਾਰ ਤੇ ਜੀ ਆਇਆਂ। ਮਿਹਰਬਾਨੀ, ਸ਼ੁਕਰੀਆ। ਜਿਉਂਦੇ ਵਾਸਤੇ ਰਹੋ। ਜਵੰਦਾ ਜੀ, ਗੁਪਤਾ ਜੀ, ਅੱਜ ਸਾਡੇ ਨਾਲ ਐਡਮਿੰਟਨ ਤੋਂ ਇੱਕ ਬੜੇ ਪ੍ਰਸਿੱਧ ਪੱਤਰਕਾਰ, ਸੋਸ਼ਲ ਐਕਟਿਵਿਸਟ, ਬੜੇ ਪ੍ਰਸਿੱਧ ਸਾਡੇ ਮਿੱਤਰ, ਪਰਮ ਮਿੱਤਰ, ਮੇਰੇ ਤਾਂ ਰਿਸ਼ਤੇਦਾਰ ਯਸ਼ਪਾਲ ਸ਼ਰਮਾ ਜੀ ਵੀ ਜੁੜੇ ਨੇ ਲਾਈਨ ਤੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਦਾ ਮੁੱਦਾ ਜਿਹੜਾ ਮੈਂ ਆਪਸ ਵਿੱਚ ਆਪਾਂ ਗੱਲ ਕਰ ਲਈਏ। ਪਹਿਲਾਂ ਗੱਲਬਾਤ ਦਾ ਮੁੱਦਾ ਸਾਡਾ ਹੋਏਗਾ ਜੀ ਕਿ ਵੱਖਰੇ ਵੱਖਰੇ ਕੈਨੇਡਾ ਦੇ ਪ੍ਰੋਵਿੰਸ ਵੱਖਰੇ ਵੱਖਰਿਆਂ ਵਿੱਚ ਸਰਕਾਰਾਂ ਅਲੱਗ-ਅਲੱਗ ਪਾਰਟੀਆਂ ਦੀਆਂ ਹੁੰਦੀਆਂ। ਜ਼ਰੂਰੀ ਨਹੀਂ ਹੈ ਕਿ ਫੈਡਰਲ ਵਿੱਚ ਵੀ ਉਹੀ ਪਾਰਟੀ ਦੀ ਸਰਕਾਰ ਹੋਵੇ ਤੇ ਪ੍ਰੋਵਿੰਸ ਵਿੱਚ ਵੀ ਉਹੀ ਹੋਵੇ। ਕਈ ਵਾਰੀ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਹੁੰਦੀ। ਪ੍ਰੋਵਿੰਸ਼ੀਅਲ ਗੌਰਮੈਂਟ ਦੀ ਤੇ ਫੈਡਰਲ ਗੌਰਮੈਂਟ ਦੀ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਹੁੰਦੀ। ਕੋਆਰਡੀਨੇਸ਼ਨ ਨਾ ਹੋਣ ਦੇ ਪਿੱਛੇ ਮੈਂ ਜਿਹੜਾ ਰੀਜ਼ਨ ਮੋਟੇ ਤੌਰ ਤੇ ਸਮਝਦਾ ਉਹ ਪੋਲੀਟੀਕਲ ਡਿਫਰੈਂਸਿਸ ਹੀ ਹੁੰਦੇ ਆ, ਜਿਹਦਾ ਕਾਰਨ ਜਿਹੜਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ। ਇਹਦੇ ਬਾਰੇ ਆਪਾਂ ਯਸ਼ਪਾਲ ਸ਼ਰਮਾ ਜੀ ਨੂੰ ਨਾਲ ਲੈ ਕੇ ਗੱਲਬਾਤ ਕਰਦੇ ਹਾਂ। ਸ਼ਰਮਾ ਜੀ, ਜੀ ਆਇਆਂ ਨੂੰ, ਵੈਲਕਮ। ਬਹੁਤ ਧੰਨਵਾਦ ਐਮਪੀ ਸਿੰਘ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਾਲ ਹੀ ਤੁਹਾਡੇ ਜਿਹੜੇ ਮੇਰੇ ਮਿੱਤਰ ਬੈਠੇ ਆ ਗੁਪਤਾ ਜੀ ਔਰ ਜਵੰਦਾ ਜੀ, ਇਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਗੱਲਬਾਤ ਸ਼ੁਰੂ ਕਰਦੇ ਨੇ ਜੀ। ਸ਼ਰਮਾ ਜੀ, ਅਸੀਂ ਆਲਵੇਜ਼ ਗੁਪਤਾ ਜੀ ਦੇ ਸ਼ੇਅਰ ਨਾਲ ਲਓ, ਪਹਿਲਾਂ ਤੁਹਾਨੂੰ ਸ਼ੇਅਰ ਦਾ ਸੁਣਾਉਂਦੇ, ਉਹਦਾ ਲੁਤਫ ਲਓ ਜੀ। क्या बात है। तेरा ही नक्श उभरता रहा इन लकीरों में, तेरा ही नक्श उभरता रहा इन लकीरों में, उठाए हाथ जब जब हमने दुआ के लिए। ਵਾਹ शर्मा जी, बहुत बहुत शुक्रिया। ਮੁਕਰਰ ਬਹੁਤ ਬਹੁਤ ਧੰਨਵਾਦ ਜੀ। ਸ਼ਰਮਾ, ਜਿਵੇਂ ਤੁਸੀਂ ਸਾਡੀ ਗੱਲ ਸੁਣੀ ਹੋਊਗੀ ਪਹਿਲਾਂ, ਮੈਂ ਵਿਸ਼ਾ ਅੱਜ ਨਵਾਂ ਛੋਇਆ ਜੀ। ਤੁਸੀਂ ਐਡਮਿੰਟਨ ਰਹਿੰਦੇ ਹੋ। ਐਡਮਿੰਟਨ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਹੈ ਜੀ? ਐਡਮਿੰਟਨ ਚ ਹੈਗੀ ਜੀ ਪੀਸੀ ਸਰਕਾਰ ਦੀ ਉਹ ਨਵਾਂ ਮੁਖੋਟਾ ਦਿੱਤਾ ਗਿਆ ਸੀ, ਯੂਸੀਪੀ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ। ਠੀਕ ਹੈ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ, ਵਾਈਲਡ ਰੋਜ਼ ਤੇ ਪੀਸੀ ਪਾਰਟੀ ਦੋਨੋਂ ਇਕੱਠੀਆਂ ਹੋ ਕੇ ਮਿਲੀਆਂ ਸੀ ਜੀ। ਬਿਲਕੁਲ ਸੇਮ ਸਾਡੇ ਇੱਥੇ ਪੀਸੀ ਪਾਰਟੀ ਦੀ ਸਰਕਾਰ ਹੀ ਮੈਨੀਟੋਬਾ ਵਿੱਚ ਹੈਗੀ ਆ, ਪਰ ਫੈਡਰਲ ਵਿੱਚ ਜਿਹੜੀ ਆ ਉਹ ਗੌਰਮੈਂਟ ਜਿਹੜੀ ਆ ਉਹ ਲਿਬਰਲ ਪਾਰਟੀ ਦੀ ਹੈ। ਵਿਨੀਪੈਗ ਦੇ ਵਿੱਚ ਇਹ ਜਿਹੜੀ ਮੌਜੂਦਾ ਸਰਕਾਰ ਹੈ, ਇਸ ਤੋਂ ਪਹਿਲਾਂ ਐਨਡੀਪੀ ਨੇ 3 ਟਰਮਸ ਦੇ ਵਿੱਚ ਕੰਮ ਕੀਤਾ। ਉਸ ਜ਼ਮਾਨੇ ਵਿੱਚ ਫੈਡਰਲ ਲੈਵਲ ਤੇ ਪੀਸੀ ਸੀਗੀ, ਹੁਣ ਇੱਥੇ ਪੀਸੀ ਆ ਤੇ ਫੈਡਰਲ 'ਚ ਜਿਹੜੀ ਆ ਉਹ ਦੂਜੀ ਟਰਮ ਜਿਹੜੀ ਲਿਬਰਲ ਦੇ ਕੋਲ ਆ। ਤੁਹਾਡੀ ਵੀ ਪਾਰਟੀ, ਪੋਲੀਟੀਕਲ ਪਾਰਟੀ ਡਿਫਰੈਂਟ ਹੈਗੀ ਆ। ਮੈਂ ਮਹਿਸੂਸ ਕਰਦਾ, ਆਪਾਂ ਸਾਰਾ ਪੈਨਲ ਜਿਹੜਾ ਇਹ ਮੇਰੇ ਨਾਲ ਸਹਿਮਤ ਹੋਏਗਾ ਕਿ ਜਦੋਂ ਫੈਡਰਲ ਤੇ ਪ੍ਰੋਵਿੰਸ ਲੈਵਲ ਤੇ ਅਲੱਗ-ਅਲੱਗ ਪਾਰਟੀਆਂ ਦੀਆਂ ਅਲੱਗ-ਅਲੱਗ ਵਿਚਾਰਧਾਰਾ ਦੇ ਲੋਕਾਂ ਦੀਆਂ ਸਰਕਾਰਾਂ ਹੋਣ ਤਾਂ ਉਹ ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਨਹੀਂ ਰਹਿੰਦੀ, ਇੱਕਮਿਕਤਾ ਨਹੀਂ ਰਹਿੰਦੀ, ਇੱਕਜੁੱਟਤਾ ਨਹੀਂ ਰਹਿੰਦੀ। ਉਹ ਕੋਈ ਕਿਸੇ ਵੀ ਪ੍ਰੋਗਰਾਮ ਦੇ ਉੱਤੇ ਕਈ ਵਾਰੀ ਇੱਕ ਸੁਰ ਨਹੀਂ ਹੁੰਦੇ, ਜਿਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ। ਲੋਕਾਂ ਨੂੰ ਇਨ ਦੀ ਸੈਂਸ ਉਹ ਪ੍ਰੋਵਿੰਸ ਉਹ ਤਰੱਕੀ ਨਹੀਂ ਕਰ ਸਕਦਾ ਜਿਹੜੀ ਉਹਦੀ ਲੋੜ ਹੈ। ਸਭ ਤੋਂ ਪਹਿਲਾਂ ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਇੱਥੇ? ਸਿੰਘ ਸਾਹਿਬ, ਤੁਸੀਂ ਗੱਲ ਜਿਹੜੀ ਹੈ ਉਹ ਸ਼ਾਰਾਂਸ਼ ਕੀਤੀ ਹੈ। ਵੈਸੇ ਇੰਟਰਨੈਸ਼ਨਲ ਫੈਨੋਮੇਨਾ ਵੀ ਇਹੀ ਕਹਿੰਦਾ ਹੈ ਜਦੋਂ ਸੈਂਟਰ ਦੀ ਫੈਡਰਲ ਦੀ ਸਰਕਾਰ ਦੂਸਰੀ ਪਾਰਟੀ ਦੇ ਹੋਏ, ਥੱਲੇ ਦੂਜੀ ਪਾਰਟੀ ਹੋਏ, ਰਾਬਤਾ ਬਿਲਕੁਲ ਨਹੀਂ ਹੁੰਦਾ। ਉਹ ਫੰਡ ਦੀ ਮੋਬਿਲਾਈਜੇਸ਼ਨ ਤੇ ਵੀ ਅਸਰ ਪੈਂਦਾ ਹੈ। ਔਰ ਦੂਜਾ, ਤੁਹਾਡੇ ਕੋਲ ਜਿੰਨੇ ਆંકੜੇ ਮੈਂ ਵੀ ਸਮਝਦਾ, ਜਿੰਨਾ ਈਸਟ ਕੈਨੇਡਾ ਉਹ ਸਾਰਾ ਲਾਲ ਹੀ ਲਾਲ ਹੈ, ਲਿਬਰਲ ਹੈ, ਜਿੰਨਾ ਵੈਸਟ ਕੈਨੇਡਾ ਹੈ ਉਹ ਸਾਰਾ ਨੀਲਾ ਹੀ ਨੀਲਾ ਪੀਸੀ ਹੈ। ਔਰ ਉੱਥੇ ਲਾਲ ਕਾਗਜ਼ ਹੋਣ ਕਰਕੇ, ਲਿਬਰਲ ਕਾਗਜ਼ ਹੋਣ ਕਰਕੇ ਉਹਨਾਂ ਦੀਆਂ ਵੀ ਜਿਹੜੀਆਂ, ਕਿਉਂਕਿ ਉਹਨਾਂ ਦੀ ਸਟੇਟ ਲੈਵਲ ਤੇ ਜਿਹੜੀਆਂ ਪਾਰਟੀ ਬਹੁਤ ਘੱਟ ਬਣਦੀ, ਉਹਨਾਂ ਦੀ ਪਾਵਰ ਚ ਹੈਗੇ ਆ। ਸੋ ਇਸ ਕਰਕੇ ਮੈਂ ਇਹ ਫੀਲ ਕਰਦਾ ਕਿ ਮੈਂ ਅਲਬਰਟਾ ਚ ਰਹਿੰਦਾ ਹੋਇਆ ਤੇ ਇਹਨਾਂ ਦੋਵਾਂ ਦਾ ਤਾਲਮੇਲ ਬਿਗ ਜ਼ੀਰੋ ਹੋ ਚੁੱਕਿਆ। ਉਹਦੀ ਇੱਕ ਐਗਜ਼ਾਮਪਲ ਵੀ ਤੁਹਾਨੂੰ ਦਿੰਦਾ। 2013 ਚ ANIP ਪ੍ਰੋਗਰਾਮ ਸੀਗਾ, ਅਲਬਰਟਾ ਇਮੀਗ੍ਰੇਸ਼ਨ ਨੋਮਿਨੀ ਪ੍ਰੋਗਰਾਮ ਪਰਿਵਾਰਾਂ ਲਈ। ਹਾਂਜੀ, ਸਾਰੇ 5000 ਤੁਸੀਂ ਆਪਣੇ ਰਿਸ਼ਤੇਦਾਰ, ਸਗੇ ਸੰਬੰਧੀ ਬੁਲਾ ਸਕਦੇ। ਬਿਲਕੁਲ ਬੁਲਾ ਸਕਦੇ। ਹਾਂਜੀ, 2013 ਤੋਂ ਬਾਅਦ ਉਹ ਬੰਦ ਹੋ ਗਿਆ ਜੀ, ਜਦ ਦੀ ਐਨਡੀਪੀ ਕਾਬਜ਼ ਹੋਇਆ ਔਰ ਮੁੜ ਕੇ ਰਿਵਾਈਜ਼ ਹੀ ਨਹੀਂ ਹੋਇਆ। ਉਹਨੇ ਜੇਸਨ ਕੈਂਡੀ ਪ੍ਰੀਮੀਅਮ ਨੇ ਨਵਾਂ ਰੌਲਾ ਪਾਤਾ ਜੀ ਕਿ LMIA ਬੰਦ ਕਰੋ। ਸਾਡੇ ਇੱਥੇ 12% ਜਿਹੜਾ ਆ ਅਨਐਮਪਲੋਇਮੈਂਟ ਰੇਟ ਹੈ। ਉਧਰੋਂ ਸਾਡੇ ਜਿਹੜੇ ਸਿੱਧੇ ਸਲਾਰ ਫੈਡਰਲ ਪ੍ਰਾਈਮ ਮਿਨਿਸਟਰ ਸਾਹਿਬ ਟਰੂਡੋ ਸਾਹਿਬ ਕਹਿੰਦੇ ਜੀ ਕਿ 3 ਸਾਲਾਂ 'ਚ ਮੈਂ 12 ਲੱਖ ਇਮੀਗ੍ਰੇਟ ਲਿਆਣੇ ਆ।
ਹੋਰ ਲਿਆਉਣੇ, ਹਾਂਜੀ। ਤੇ ਉਹਦਾ ਮਤਲਬ ਜੀ 4 ਲੱਖ ਆਏ ਸਾਲ ਆਣੀ ਹੈ, 1100 ਰੋਜ਼ ਦਾ ਇਮੀਗ੍ਰੈਂਟ ਆਣਾ ਜੀ। ਠੀਕ ਹੈ। ਔਰ ਉਹਦਾ ਕੋਈ ਸੰਭਾਲ ਕਿੱਦਾਂ ਹੋਣੀ ਹੈ, ਇੰਪਲਾਇਮੈਂਟ ਕਿੱਦਾਂ ਜਨਰੇਟ ਹੋਣੀ ਹੈ, ਜਾਂ ਸੂਬੇ ਕਿੱਦਾਂ ਮਦਦ ਕਰਨਗੇ? ਸੂਬੇ ਤਾਂ ਅੱਗੇ ਹੀ ਮਰੇ ਪਏ ਹੈ। ਬਿਲਕੁਲ ਠੀਕ ਹੈ। ਮੈਂ ਤੁਹਾਡੀ ਗੱਲ ਤੇ ਹਾਂਜੀ ਤੁਹਾਡੀ ਗੱਲ ਤੇ ਮੈਂ ਜਵੰਦਾ ਜੀ ਦੇ ਕੋਲੋਂ ਲੈਣਾ ਚਾਹੁੰਦਾ ਜੀ ਟਿੱਪਣੀ। ਜਵੰਦਾ ਜੀ, ਯਸ਼ਪਾਲ ਸ਼ਰਮਾ ਜੀ ਹੋਰੀ ਕਹਿੰਦੇ ਆ ਕਿ ਉੱਥੇ ਅਲਬਰਟਾ ਸਰਕਾਰ ਨੇ ਜਿਹੜਾ ਨੋਮੀਨੀ ਪ੍ਰੋਗਰਾਮ ਸੀਗਾ ਉਹ ਬੰਦ ਕਰਤਾ। ਮੋਰ ਓਵਰ ਉੱਥੋਂ ਦੀ ਸਰਕਾਰ ਇਹ ਕਹਿੰਦੀ ਆ ਕਿ ਸਾਡੀ ਤਾਂ ਆਬਾਦੀ ਜਿਹੜੀ 12% ਉਹ ਪਹਿਲਾਂ ਬੇਰੁਜ਼ਗਾਰ ਹੈ, ਤੇ ਉਧਰੋਂ ਪ੍ਰਧਾਨ ਮੰਤਰੀ ਟਰੂਡੋ ਕਹਿ ਰਹੇ ਕਿ ਅਸੀਂ 12 ਲੱਖ ਬੰਦਾ 3 ਸਾਲਾਂ 'ਚ, ਆਉਣ ਵਾਲੇ 3 ਸਾਲਾਂ 'ਚ ਅਸੀਂ ਬੁਲਾਉਣਾ, ਤੇ ਕੋਆਰਡੀਨੇਸ਼ਨ ਨਹੀਂ ਹੈਗੀ। ਇਹਦਾ ਮਤਲਬ ਹਾਂ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਇਹ ਕੋਆਰਡੀਨੇਸ਼ਨ ਨਾ ਹੋਣਾ ਜਿਹੜਾ ਇਹ ਇੱਕ ਬੜਾ ਮੰਦਭਾਗਾ ਵੈਸੇ ਤਾਂ ਹੈਗਾ। ਹਾਂਜੀ ਠੀਕ ਹੈ ਜੀ। ਇਹਦਾ ਫਿਰ ਨੁਕਸਾਨ ਤਾਂ ਸਰ ਆਮ ਲੋਕਾਂ ਨੂੰ ਹੀ ਹੋਇਆ ਜੀ। ਆਮ ਲੋਕਾਂ ਦੀ ਆਪਾਂ ਜਦੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਤੇ ਮੈਂ ਇਹੋ ਗੱਲ ਕਿਹਾ ਸੀ ਕਿ ਇਹ ਜਿਹੜੀ ਪੋਲੀਟੀਕਲ ਟਸਲਬਾਜ਼ੀ ਹੁੰਦੀ ਹੈ ਜਾਂ ਪੋਲੀਟੀਕਲ ਸਟੇਟਮੈਂਟ ਹੁੰਦੀਆਂ ਹੈਗੀਆਂ ਜਾਂ ਪਾਲਿਸੀਜ਼ ਹੁੰਦੀਆਂ, ਇਹਦੇ 'ਚ ਆਮ ਬੰਦੇ ਦੀ ਜਿਹੜੀ ਹਾਲਤ ਹੋਣ ਵਾਲੀ ਹੁੰਦੀ ਉਹਨੂੰ ਬਿਲਕੁਲ ਡਿਸਕਸ ਨਹੀਂ ਕੀਤਾ ਜਾਂਦਾ। ਠੀਕ ਹੈ ਜੀ। ਦੋ ਸਾਨ ਆਪਸ ਲੜਦੇ ਜਦੋਂ, ਉਹ ਲਾਗੇ ਜਿਹੜੇ ਸਾਈਕਲ ਹੁੰਦੇ ਗਰੀਬਾਂ ਦੇ ਜਾਂ ਉਹ ਸਾਰਾ ਮਿੱਧ ਮੁੱਧ ਕੇ ਚੱਲ ਜਾਂਦੇ। ਸੇਮ ਚੀਜ਼ ਹੋ ਰਹੀ ਹੈ ਇੱਥੇ। ਮੈਂ ਜੀ ਜਿੱਦਣ ਇਹਨਾਂ ਨੇ ਅਨਾਊਂਸ ਕੀਤਾ ਸੀ ਇਹ ਪ੍ਰੋਗਰਾਮ, ਮੈਂ ਉਹ ਆਪਣੇ ਫੇਸਬੁੱਕ ਪੇਜ 'ਤੇ ਉਹਨੂੰ ਮੈਂ ਸ਼ੇਅਰ ਕਰ ਬੈਠਾ। ਮੈਂ ਤੇ ਇਸ ਕਰਕੇ ਸ਼ੇਅਰ ਕੀਤਾ, ਮੈਂ ਚੰਗੀ ਗੱਲ ਹੈ ਕਿ ਬੈਕ ਇਨ ਇੰਡੀਆ ਕਈ ਲੋਕ ਆਉਣਾ ਚਾਹੁੰਦੇ ਹੈਗੇ ਆ, ਪੰਜਾਬ ਤੋਂ ਇੰਨੀ ਅਨਇੰਪਲੋਇਮੈਂਟ ਹੈਗੀ ਹੈ। ਲੇਕਿਨ ਮੈਂ ਹੈਰਾਨ ਸੀ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਕਈ, ਉਹਨਾਂ ਦਾ ਇੱਕ ਦੋ ਨੇ ਕਮੈਂਟ ਦਿੱਤਾ ਕਿ ਪਹਿਲਾਂ ਸਾਨੂੰ ਤੇ ਘੰਟੇ ਪੂਰੀ ਦੇ ਦਿਓ, ਇਹਨਾਂ ਨੂੰ ਬਾਅਦ 'ਚ ਬੁਲਾ ਲਿਓ। ਤੇ ਉਹ ਸ਼ੋਅ ਕਰਦੇ ਸੀ ਕਿ ਜਿਹੜੇ ਇਸ ਚੀਜ਼ ਨੂੰ ਅਨਾਊਂਸ ਕਰਨ ਤੋਂ ਪਹਿਲਾਂ ਕੋਈ ਬੈਕਅਪ ਪਲਾਨ ਨਹੀਂ ਬਣਾਇਆ ਹੈਗਾ, ਕੋਈ ਹੋਮਵਰਕ ਨਹੀਂ ਕੀਤਾ ਹੈਗਾ। ਜਿਸ ਤਰ੍ਹਾਂ ਤੁਸੀਂ ਸ਼ਰਮਾ ਜੀ ਨੇ ਕੈਲਕੂਲੇਟ ਕਰਕੇ ਦੱਸਿਆ ਹੈ ਕਿ 4 ਲੱਖ ਨੂੰ ਅਗਰ ਤੁਸੀਂ 365 ਨਾਲ ਤੁਸੀਂ ਡਿਵਾਈਡ ਕਰੋ ਤੇ ਤਕਰੀਬਨ 1100 ਬੰਦਾ ਰੋਜ਼ ਆਉਂਦਾ। 1100 ਬੰਦੇ 'ਚ ਤੁਸੀਂ ਲਾ ਲਓ ਕਿ ਕੈਨੇਡਾ ਦੇ ਜਿਹੜੇ ਮੇਨ 4-5 ਸਿਟੀ ਹੈਗੇ ਨੇ, ਠੀਕ ਹੈ ਜੀ, ਯਾਨੀ ਕਿ 200 ਬੰਦਾ ਇੱਕ ਸ਼ਹਿਰ 'ਚ ਇੱਕ ਦਿਨ 'ਚ ਆਇਆ ਕਰੇਗਾ। 200 ਬੰਦੇ ਵਾਸਤੇ ਘਰ ਵੀ ਚਾਹੀਦਾ ਹੈਗਾ, 200 ਬੰਦੇ ਵਾਸਤੇ ਇੰਪਲੋਇਮੈਂਟ ਵੀ ਚਾਹੀਦੀ ਹੈਗੀ ਹੈ, 200 ਬੰਦੇ ਵਾਸਤੇ ਸਕੂਲ ਚਾਹੀਦਾ, ਮੈਡੀਕਲ ਚਾਹੀਦਾ, ਸਾਰਾ ਕੁਝ ਚਾਹੀਦਾ ਹੈਗਾ। ਤੇ ਇਸ ਚੀਜ਼ ਦਾ ਬੰਦੋਬਸਤ ਕੀਤਾ ਹੈਗਾ ਕਿ ਸਰਕਾਰ ਨੇ। ਮੈਂ ਕਲੈਰੀਫਾਈ ਕਰਦਾ ਕਿ ਮੈਂ ਇਮੀਗ੍ਰੇਸ਼ਨ ਦੇ ਖਿਲਾਫ ਨਹੀਂ ਹੈਗਾ, ਸੋਰਸਿਸ ਬਹੁਤ ਜ਼ਿਆਦਾ ਹੈਗੇ ਨੇ, ਲੇਕਿਨ ਇਸ ਡਾਇਰੈਕਸ਼ਨ ਨੂੰ ਚੈਨਲਾਈਜ਼ ਕਰਨ ਵਾਸਤੇ ਕੀ ਪਲਾਨ ਹੈ ਗਵਰਨਮੈਂਟ ਦੀ, ਕੀ ਕੀਤਾ ਹੈਗਾ ਸਾਰਿਆਂ ਨੇ। ਲੈਟਸ ਸੇ ਕਿ 200 ਬੰਦਾ ਅਗਰ ਵਿਨੀਪੈਗ 'ਚ ਆਉਂਦਾ ਇੱਕ ਦਿਨ 'ਚ, ਤੇ ਤੁਹਾਡਾ ਕੀ ਖਿਆਲ ਹੈ ਕਿ ਕਿੱਥੇ ਸੈਟਲ ਹੋਏਗਾ, ਕਿੱਥੇ ਉਹਦੇ ਘਰ ਹੈਗੇ ਨੇ, ਅਪਾਰਟਮੈਂਟ ਹੈਗੇ ਨੇ, ਕੋਈ ਬੇਸਮੈਂਟਸ ਹੈਗੀਆਂ ਨੇ, ਹੋਰ ਚੀਜ਼ਾਂ ਨੇ। ਸੋ ਬੜਾ ਲੰਮਾ ਚੌੜਾ ਇਹ ਸਿਸਟਮ ਹੈਗਾ ਜਿਹਦੇ ਬਾਰੇ ਗੱਲ ਕਰਨਾ ਚਾਹੀਦਾ ਹੈਗਾ। ਗੁਪਤਾ ਜੀ, ਰੀਸੈਂਟਲੀ ਮੈਨੀਟੋਬਾ ਜਿਹੜੀ ਹੈਗੀ ਹੈ ਲੈਜਿਸਲੇਚਰ, ਉਹਨੇ ਇੱਕ ਫੈਸਲਾ ਕੀਤਾ, ਇੱਕ ਰੈਜ਼ੋਲੂਸ਼ਨ ਪਾਸ ਕੀਤਾ, ਯੂਨਾਨੀਮਸਲੀ ਪਾਸ ਕੀਤਾ, ਔਰ ਪਾਸ ਕਰਕੇ ਉਹ ਫੈਡਰਲ ਗਵਰਨਮੈਂਟ ਨੂੰ ਭੇਜਿਆ। ਉਹ ਕੀ ਹੈਗਾ, ਉਹ ਕਹਿੰਦੇ ਕਿ ਜਿੰਨਾ ਸਾਨੂੰ ਕੋਟਾ ਪਹਿਲਾਂ ਐਮਪੀ ਪ੍ਰੋਗਰਾਮ ਵਾਸਤੇ ਸੀ, ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵਾਸਤੇ ਸੀਗਾ, ਉਹ ਡਬਲ ਕਰਤਾ ਜਾਵੇ। ਹੁਣ ਸਵਾਲ ਬਣਦੇ ਦੋ, ਇੱਕ ਤਾਂ ਇਹ ਆ ਗੱਲ ਕਿ ਚੰਗੀ ਗੱਲ ਡਬਲ ਕਰਨਾ ਚਾਹੀਦਾ, ਵੱਧ ਲੋਕ ਆਉਣਗੇ। ਦੂਜਾ ਸਵਾਲ ਪੈਦਾ ਇਹ ਹੁੰਦਾ ਕਿ ਪਿਛਲੇ 2 ਸਾਲ ਤੋਂ ਜਿਹੜਾ ਪ੍ਰੋਗਰਾਮ ਹੈ ਉਹ ਐਮਪੀ ਦਾ ਉਹ ਪ੍ਰੋਗਰਾਮ ਜਿਹੜਾ ਓਵਰਸੀਜ਼ ਬਾਹਰੋਂ, ਕੈਨੇਡਾ ਤੋਂ ਬਾਹਰੋਂ ਲੋਕਾਂ ਨੇ, ਜਿੱਦਾਂ ਅਸੀਂ ਬੈਕ ਹੋਮ ਦੀ ਗੱਲ ਕਰਦੇ, ਜਿਹਨਾਂ ਲੋਕਾਂ ਨੇ ਆਉਣਾ ਵਾ ਉਹਨਾਂ ਦੇ ਲਈ ਉਹਨਾਂ ਨੇ ਕੋਈ ਲੋਟਰੀ ਸਿਸਟਮ ਜਿਹੜਾ ਬਣਾਇਆ ਸੀਗਾ ਉਹ ਡਰਾ ਹੀ ਨਹੀਂ ਕੱਢਿਆ। ਸੋ ਮਤਲਬ ਉਹ ਪਲੈਨਿੰਗ ਵਾਲੀ ਗੱਲ ਆਪਾਂ ਕਰਦੇ ਹਾਂ ਕਿ ਜੇ ਮੌਕੇ ਦੀਆਂ ਸਰਕਾਰਾਂ ਦੇ ਕੋਲ ਇਦਾਂ ਦੀ ਕੋਈ ਪਲੈਨਿੰਗ ਨਹੀਂ ਹੁੰਦੀ ਤੇ ਫਿਰ ਇਹੋ ਜਿਹੇ ਐਲਾਨਾਂ ਨੂੰ ਕੀ ਤੁਸੀਂ ਪੋਲੀਟੀਕਲ ਸ਼ੋਸ਼ੇ ਕਹਿ ਸਕਦੇ? ਬਿਲਕੁਲ। ਇਹ ਮਤਲਬ ਜੇ ਉਹਦਾ ਕੋਈ ਤੁਹਾਡੇ ਕੋਲ ਹੱਲ ਹੀ ਨਹੀਂ ਹੈ। ਹੁਣ ਦੇਖੋ ਨਾ, ਜਿੱਦਾਂ ਸ਼ਰਮਾ ਨੇ ਵੀ ਗੱਲ ਕੀਤੀ, ਜਵੰਦਾ ਨੇ ਵੀ ਗੱਲ ਕੀਤੀ ਕਿ 200 ਬੰਦਾ ਰੋਜ਼ ਆਉਣਾ, ਠੀਕ ਹੈ ਜੀ, ਇੱਕ ਪ੍ਰੋਵਿੰਸ ਵਿੱਚ 1100 ਬੰਦਾ ਟੋਟਲ ਕੈਨੇਡਾ 'ਚ ਡੇਲੀ ਆਇਆ ਕਰਨਾ ਨਵੀਂ ਸਕੀਮ ਦੇ ਮੁਤਾਬਕ। ਤੇ ਫਿਰ ਉਹਨਾਂ ਦੇ ਵਾਸਤੇ ਇਨਫਰਾਸਟ੍ਰਕਚਰ ਜਿਹੜੀ ਆ ਉਹ ਸਾਡੇ ਕੋਲ ਅਵੇਲੇਬਲ ਹੀ ਨਹੀਂ। ਇੱਕ ਪਾਸੇ ਪੀਸੀ ਦੀ ਗਵਰਨਮੈਂਟ ਮੈਨੀਟੋਬਾ ਵਿੱਚ ਹੈ, ਉਹ ਕਹਿੰਦੀ ਆ ਕਿ ਕੋਟਾ ਡਬਲ ਕਰ ਦਿਓ। ਪੀਸੀ ਦੀ ਗਵਰਨਮੈਂਟ ਅਲਬਰਟਾ ਵਿੱਚ ਹੈ ਤੇ ਉਹ ਕਹਿੰਦੇ ਜੀ ਘਟਾ ਦਿਓ, ਲੋੜ ਹੀ नहीं। मेरा जहाँ तक मेरा अपना मेरी समझ ये काम करी है कि मैनिटोबा इज स्टिल लैकिंग द मैन पावर। यहाँ तो शॉर्टेज है ही। हाँ जी, नहीं अल्बर्टा में भी शायद नहीं होनी। नहीं, यहाँ शॉर्टेज इतनी है कि जो यहाँ आता है नॉमिनी प्रोग्राम को यूज़ करके रहता है, यहाँ रुकता नहीं। इमिग्रेशन हुई
move to some other province. नहीं, ये तो नहीं होना चाहिए, इस तरह तो नहीं होना चाहिए। वो तो एडवांटेज ली हमारे सिस्टम की, लेकिन प्रॉविंस को कोई गेन नहीं हुआ। इस तरह तो नहीं होना चाहिए। शर्मा जी, ਤੁਹਾਡੇ ਕੋਲ ਵੀ ਇਹੋ ਜੀ ਹੈ ਕੋਈ ਕੰਪਲੇਂਟ ਕਿ ਤੁਹਾਡੇ ਪ੍ਰੋਵਿੰਸ ਵਿੱਚ ਲੋਕ ਜਿਹੜੇ ਆ ਉਹ ਨੋਮੀਨੀ ਪ੍ਰੋਗਰਾਮ ਵਿੱਚ ਆਉਂਦੇ ਆ ਤੇ ਫਿਰ ਆਫਟਰ ਸਮ ਟਾਈਮ ਜਦੋਂ ਉਹਨਾਂ ਨੂੰ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਹੈ, PR ਹੋ ਜਾਂਦੇ ਤੇ ਫਿਰ ਦੂਜੇ ਪ੍ਰੋਵਿੰਸ ਵਿੱਚ ਮੂਵ ਹੋ ਜਾਂਦੇ? ਦੇਖੋ, ਸਾਡਾ ਜਿਹੜਾ ਪ੍ਰੋਵਿੰਸ ਦਾ ਨੋਮੀਨੀ ਪ੍ਰੋਗਰਾਮ ਹੈ ਨਹੀਂ ਹੈ ਕੋਈ, ਜਿਹੜਾ ਵੀ ਕੋਈ ਆਉਂਦਾ ਉਹ ਫੈਡਰਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਆਉਂਦਾ ਆ। ਨਹੀਂ, ਤੁਹਾਡੇ ਇਹਦਾ ਪ੍ਰੋਵਿੰਸ਼ੀਅਲ ਨਹੀਂ ਹੈ, ਉਹ ਸੈਂਟਰ ਵੱਲੋਂ ਆਉਂਦਾ, ਕਿਤੇ ਵੀ ਟਿਕ ਸਕਦਾ ਹੈ। ਠੀਕ ਹੈ ਜੀ? ਹਾਂਜੀ ਹਾਂਜੀ। ਹਾਂ, ਦੂਜਾ ਇਹ ਹੈ ਕਿ ਉਹ ਗੱਲਾਂ ਸਾਰੀਆਂ ਚੱਲ ਰਹੀਆਂ, ਮੈਂ ਇਹ ਫੀਲ ਕਰਦਾ ਆ ਕਿ ਜਿਹੜਾ ਆਪਾਂ ਪਿਛੋਕੜ ਤੋਂ ਸਿੱਖ ਕੇ ਆਏ ਆ ਨਾ। ਹਾਂਜੀ ਹਾਂਜੀ। ਲੋਕ ਉਹ ਨਾ ਜੀ ਆਪਣਾ ਵੋਟ ਬੈਂਕ ਤੇ ਨੋਟ ਬੈਂਕ ਦੀ ਪੋਲਿਟਿਕਸ, ਵੋਟ ਬੈਂਕ ਤੇ ਨੋਟ ਬੈਂਕ ਦੀ ਪੋਲਿਟਿਕਸ ਕੈਨੇਡਾ ਦੇ ਵਿੱਚ ਵੀ ਹਾਵੀ ਹੋਈ ਜਾਂਦੀ ਹੈ। ਬਿਲਕੁਲ $300 ਬਿਲੀਅਨ ਡੈਫਿਸਿਟ ਹੈ ਫੈਡਰਲ। ਹਾਂਜੀ। ਔਰ ਜੇ ਇਹਨਾਂ ਨੇ ਲੱਖ ਨਾ ਪਾਈ 3-4 ਸਾਲ 'ਚ 1 ਟ੍ਰਿਲੀਅਨ ਤੇ ਜਾ ਕੇ ਖੜ ਜਾਣਾ ਜੀ। ਔਰ ਉਹਦੀ ਕੋਈ ਵੀ ਸਰਕਾਰ ਕੋਲੇ ਕਿਸੇ ਤਰ੍ਹਾਂ ਦੀ ਪਲੈਨਿੰਗ ਨਹੀਂ ਹੈ। ਬਿਲਕੁਲ। ਪ੍ਰਾਈਮ ਮਿਨਿਸਟਰ ਸਾਹਿਬ ਚਾਹੁੰਦੇ ਹੈ ਕਿ ਮੈਂ ਕਾਬਜ ਰਹਾ। ਉਹ ਤਾਂ ਬਾਈ ਉਪ ਚੁਣਾਵ ਵੀ ਚਾਹੁੰਦੇ ਸੀ, ਬਾਈ ਇਲੈਕਸ਼ਨ, ਜਿਹੜੀ NDP ਨੇ ਹੋਣ ਨਹੀਂ ਦਿੱਤੀ। ਤਾਂ ਉਹਨਾਂ ਨੂੰ ਸਵਾਦ ਆ ਗਿਆ ਪਾਵਰ ਦਾ। ਉਹ ਚਾਹੁੰਦੇ ਮੈਂ ਆਪਦਾ ਵੋਟ ਬੈਂਕ ਖੜਾ ਕਰਕੇ, ਜਿਵੇਂ ਪਹਿਲੇ ਉਹਨਾਂ ਨੇ ਰਫੂਜੀ ਲਿਆਂਦੇ, ਉਹਨਾਂ ਨੂੰ ਸਿਟੀਜ਼ਨਸ਼ਿਪ ਵੀ ਮਿਲ ਗਈ ਹੈ। ਜਿਹੜੇ ਹੁਣ 4 ਲੱਖ ਆਣੇ ਹੈ, ਇਹ ਵੀ ਆ ਕੇ ਪੱਕੇ ਹੀ ਹੋਣੇ ਹੈ, ਵੋਟਾਂ ਹੀ ਬਣਦੀਆਂ ਹੈ। ਇਹਨਾਂ ਦੇ ਫਾਦਰ ਤੋਂ ਵੀ ਜਿਹੜੇ ਇਮੀਗ੍ਰੈਂਟ ਆ ਉਹਨਾਂ ਨੇ ਵੋਟਾਂ ਪਾਈਆਂ ਸੀ ਜਦੋਂ ਇਮੀਗ੍ਰੇਸ਼ਨ ਖੋਲੀ ਸੀ ਉਹਨਾਂ ਨੇ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਇਹ ਪੋਲੀਟੀਕਲ ਵੀ ਹੋ ਸਕਦੀ ਗੱਲ, ਪਰ ਮੋਟੇ ਤੌਰ ਤੇ ਜਿਹੜਾ ਸਾਡਾ ਅੱਜ ਗੱਲਬਾਤ ਦਾ ਸਬਜੈਕਟ ਹੈ ਜੀ, ਉਹ ਹੈਗਾ ਸੀਗਾ ਕਿ ਪ੍ਰੋਵਿੰਸ਼ੀਅਲ ਤੇ ਫੈਡਰਲ ਗਵਰਨਮੈਂਟ ਦੀ ਕੋਆਰਡੀਨੇਸ਼ਨ ਜਿਹੜੀ ਆ ਉਹ ਕਿੰਨੀ ਕੁ ਇੰਪੋਰਟੈਂਟ ਹੈ ਇੱਕ ਸੂਬੇ ਦੀ ਤਰੱਕੀ ਵਾਸਤੇ, ਇੱਕ ਪ੍ਰੋਵਿੰਸ ਦੀ ਤਰੱਕੀ ਵਾਸਤੇ। ਤੇ ਜਵੰਦਰ ਜੀ, ਮੈਂ ਤੁਹਾਡੇ ਕੋਲੋਂ ਇਹ ਗੱਲ ਪੁੱਛਣੀ ਚਾਹੁੰਦਾ ਕਿ ਇਸ ਵੇਲੇ ਮੈਨੀਟੋਬਾ ਦੀ ਆਪਾਂ ਜੇ ਗੱਲ ਕਰੀਏ ਤੇ ਮੈਨੀਟੋਬਾ 'ਚ ਇੱਕ ਮੁੱਦਾ ਜਿਹੜਾ ਮੈਨੂੰ ਬਹੁਤ ਰੜਕਦਾ, ਉਹ ਹੈ ਜਿਹੜਾ ਸੈਂਟਰ ਪੋਰਟ ਬਣਨਾ ਸੀਗਾ। ਸੈਂਟਰ ਪੋਰਟ ਅਨਾਉਂਸਮੈਂਟ ਹੋਈ ਨੂੰ ਮੇਰਾ ਖਿਆਲ 10 ਸਾਲ ਹੋ ਗਏ। ਠੀਕ ਹੈ ਜੀ। ਔਰ ਉਹ ਅਜੇ ਤੱਕ ਸੈਂਟਰ ਪੋਰਟ ਹੀ ਨਹੀਂ ਬਣਿਆ। ਜੇ ਉਹ ਬਣ ਜਾਂਦਾ, ਜੇ ਉਹ ਮਤਲਬ ਇਨਫਰਾਸਟ੍ਰਕਚਰ ਹੈਗਾ ਸਾਰਾ ਕੁਝ, ਸੜਕਾਂ ਇੱਦਾਂ ਵੱਡੇ ਪੱਧਰ ਤੇ ਬਣਾਈਆਂ ਗਈਆਂ ਅੱਜ ਤੋਂ 4 ਸਾਲ ਪਹਿਲਾਂ, ਅੱਜ ਨਹੀਂ 4 ਸਾਲ ਪਹਿਲਾਂ ਬਣਾਈਆਂ ਗਈਆਂ, ਤੇ ਉਦੋਂ ਲੱਗਦਾ ਸੀਗਾ ਕਿ ਮਤਲਬ ਮਿੰਟਾਂ ਸਕਿੰਟਾਂ ਦੀ ਗੱਲ ਬਾਕੀ ਰਹਿ ਗਈ ਹੈਗੀ ਆ ਤੇ ਕਿਸੇ ਨਾ ਕਿਸੇ ਨੇ ਆ ਕੇ ਉਦਘਾਟਨ ਕਰ ਦੇਣਾ ਤੇ ਲਗਾਤਾਰ ਜਿਹੜਾ ਵਾ ਉਹ ਸੈਂਟਰ ਪੋਰਟ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ। ਕਿੱਡਾ ਵੱਡਾ ਇੱਕ ਬਿਜ਼ਨਸ ਹੱਬ ਬਣ ਜਾਣਾ ਇਸ प्रोविंस ने और विनीपेग ਦੇ ਟਾਊਨ ਨੇ। ਬਿਲਕੁਲ ਜੌਬ ਕ੍ਰੀਏਸ਼ਨ ਹੋ ਗਈ ਉਸਸੇ, ਬਹੁਤ ਬੜੀ ਜੌਬ ਕ੍ਰੀਏਸ਼ਨ ਹੋਈ ਹੈ। ਉਹ ਮੈਨੂੰ ਲੱਗੀ ਜਾਂਦਾ ਕਿ ਸੈਂਟਰਲ ਗਵਰਨਮੈਂਟ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਆਪਸ ਵਿੱਚ ਕੋਆਰਡੀਨੇਸ਼ਨ ਹੀ ਹੈ ਨਹੀਂ, ਜਾਂ ਉਹ ਚਾਹੁੰਦੇ ਬਣਾਉਣਾ ਤੇ ਇਹ ਨਹੀਂ ਬਣਨ ਦੇਣਾ ਚਾਹੁੰਦੇ, ਜਾਂ ਇਹ ਬਣਨ ਦੇਣਾ ਚਾਹੁੰਦੇ ਆ ਤੇ ਉਹ ਨਹੀਂ ਬਣਨ ਦਿੰਦੇ, ਜਾਂ ਇਹਦਾ ਸਿਹਰਾ ਜਿਹਦੇ ਸਿਰ ਵੱਜਣਾ ਚਾਹੀਦਾ ਉਹ ਮੌਕਾ ਭਾਲਦੇ ਆ ਕਿ ਕਿਹਦੇ ਸਿਰ ਵੱਜੇ, ਤੇ ਉਹਦਾ ਕਰਕੇ ਇਹ ਤਰੱਕੀ ਦਾ ਇੱਕ ਬਹੁਤ ਵੱਡਾ ਰਸਤਾ ਜਿਹੜਾ ਸੀਗਾ ਉਹ ਬਿਨਾਂ ਵਜ੍ਹਾ ਬਲੌਕ ਕੀਤਾ ਹੋਇਆ। ਬਿਲਕੁਲ ਠੀਕ ਹੈ ਜੀ। ਜਿਸ ਤਰ੍ਹਾਂ ਸ਼ਰਮਾ ਜੀ ਨੇ ਹੁਣੇ ਕੋਟ ਕੀਤਾ ਕਿ ਵੋਟ ਤੇ ਨੋਟ ਬੈਂਕ ਦੀ ਜਿਹੜੀ ਪੋਲੀਟਿਕਸ ਆ ਉਹ ਭਾਰੂ ਹੁੰਦੀ ਜਾ ਰਹੀ ਹੈ, ਹਰ ਜਗ੍ਹਾ ਭਾਰੂ ਹੁੰਦੀ ਜਾ ਰਹੀ ਹੈ। ਮੈਂ ਆਪਣੇ ਕੁਰਸੀ ਤੇ ਕਿਸ ਤਰ੍ਹਾਂ ਅਗਲੇ 5 ਸਾਲ ਟਿਕਣਾ ਹੈਗਾ, ਮੇਰੀ ਪ੍ਰੈਫਰੈਂਸ ਇਹ ਹੈ। ਮੈਨੂੰ ਇਹ ਨਹੀਂ ਹੈ ਕਿ ਕਿੰਨੇ ਜਿਹੜੇ ਨੇ ਲੋਕ ਆ ਕੇ ਵਿਨੀਪੈਗ 'ਚ ਸੈਟਲ ਹੋ ਰਹੇ ਆ, ਕਿੰਨੀਆਂ ਉਹਨਾਂ ਵਾਸਤੇ ਫੈਕਟਰੀਆਂ ਚਾਹੀਦੀਆਂ ਹੈਗੀਆਂ ਨੇ, ਕਿੰਨੇ ਉਹਨਾਂ ਵਾਸਤੇ ਸਕੂਲ ਚਾਹੀਦੇ ਹੈਗੇ ਨੇ, ਕਿਹੜੇ ਰੋਡਸ ਤੇ। ਇੱਕ ਚੀਜ਼ ਤੁਸੀਂ ਹੋਰ ਨੋਟ ਕੀਤੀ ਹੋਣੀ ਹੈ ਕਿ ਸਭ ਤੋਂ ਵੱਡਾ ਜਿਹੜਾ ਹਾਈਵੇ ਹੈ ਵਿਨੀਪੈਗ ਦਾ ਮੈਕਫਿਲਿਪ ਸਟਰੀਟ ਹੈ। 2 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਅਗਰ ਡਾਊਨਟਾਊਨ ਤੋਂ ਬਾਹਰ ਆਉਣਾ ਹੋਏ ਤੁਹਾਨੂੰ ਪੂਰਾ 1 ਘੰਟਾ ਲੱਗਦਾ ਹੈ। ਠੀਕ ਹੈ ਜੀ। ਸੇਮ ਚੀਜ਼ ਹੈਪਨ ਹੁੰਦੀ ਹੈ ਮਾਰਨਿੰਗ ਟਾਈਮ ਤੇ। ਕੋਈ ਇਹਦਾ ਬੈਕਅਪ ਪਲਾਨ ਹੁੰਦੇ ਕਿ 200 ਬੰਦੇ ਇੱਕ ਦਿਨ 'ਚ ਆ ਰਹੇ ਹੈ, ਉਹਨਾਂ ਨੇ ਕੱਲ੍ਹ ਨੂੰ ਕਾਰਾਂ ਵੀ ਖਰੀਦਣੀਆਂ ਹੈਗੀਆਂ, ਉਹਨਾਂ ਨੇ ਕੱਲ੍ਹ ਨੂੰ ਹੋਰ ਵੀ ਸਾਰਾ ਚੀਜ਼ ਜਾਣਾ ਵੀ ਹੈ, ਗਰੋਸਰੀ ਕਰਨੀ, ਉਹ ਤੇ ਹੋਰ ਐਡ ਅਪ ਹੋ ਗਏ। ਕੋਈ ਇਹਦਾ ਬੈਕਅਪ ਪਲਾਨ ਹੈਗਾ ਨਹੀਂ ਹੈਗਾ। ਹੁਣ ਤੁਸੀਂ ਕਿਹਾ ਕਿ ਇਹਦਾ ਜਿਹੜਾ ਤੁਹਾਡਾ ਕੁਐਸਚਨ ਕੀ ਸੀ? ਕੋਆਰਡੀਨੇਸ਼ਨ। ਹਾਂਜੀ, ਕੋਆਰਡੀਨੇਸ਼ਨ ਦੀ ਗੱਲ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀ ਆਪੋ ਤਾਪ ਹੋ ਜਾਏ ਤੇ ਉਦੋਂ ਕੋਆਰਡੀਨੇਸ਼ਨ ਜਿਹੜਾ ਇੱਕ ਸਾਈਡ ਤੇ ਰਹਿ ਜਾਂਦਾ ਹੈਗਾ। ਉਦੋਂ ਸਿਰਫ ਪ੍ਰੈਫਰੈਂਸ ਇਹ ਹੁੰਦੀ ਹੈ ਕਿ ਮੇਰੀ ਗੱਡੀ ਕਿੱਦਾਂ ਚੱਲਣੀ ਹੈ। ਹੁਣ ਸੈਂਟਰ ਪੋਰਟ ਦੀ ਗੱਲ ਕੀਤੀ ਤੁਸੀਂ, ਸੈਂਟਰ ਪੋਰਟ ਜਦੋਂ ਤੁਸੀਂ ਇੱਥੋਂ ਕਿਨੌਰਾ ਜਾਂਦੇ ਹੋ, ਰਸਤੇ ਇੱਕ ਪਲੇਸ ਆਉਂਦੀ ਹੈ, ਲੋਕੀ ਫੋਟੋ ਖਿਚਾਉਂਦੇ ਉੱਥੇ, ਸੈਂਟਰ ਆਫ ਦਾ ਕੰਟੀਨੈਂਟ। ਠੀਕ ਹੈ ਜੀ।
ਉਹ ਸੈਂਟਰ ਆਫ ਦਾ ਕੰਟੀਨੈਂਟ ਇਹ ਹੈ ਕਿ ਨਾਰਥ ਵਾਲੇ ਪਾਸੋਂ, ਈਸਟ ਵਾਲੇ ਪਾਸਿਓਂ, ਵੈਸਟ ਵਾਲੇ ਪਾਸਿਓਂ, ਚਾਰੇ ਪਾਸੇ ਇੱਕੋ ਜਿਹਾ ਸੈਂਟਰ ਹੈ ਜੀ, ਠੀਕ ਹੈ ਜੀ। ਤੇ ਸੈਂਟਰ ਇੱਕ ਐਸੀ ਪਲੇਸ ਹੁੰਦੀ ਹੈ ਜਿੱਥੋਂ ਤੁਸੀਂ ਰਹਿ ਕੇ ਹਰ ਚੀਜ਼ ਨੂੰ ਕੰਟਰੋਲ ਕਰ ਸਕਦੇ ਹੋ। ਅਗਰ ਉੱਥੇ ਟਰੱਕਿੰਗ ਇੰਡਸਟਰੀ ਜਿਹੜੀ ਹੈ ਉਹ ਬੂਮ ਕਰਦੀ ਹੈ ਉਸ ਸਿਟੀ 'ਚ, ਤੇ ਉਹਦੇ 'ਚ ਹਰ ਪਾਸੇ ਨੂੰ ਭੇਜਣਾ ਤੇ ਰਿਸੀਵ ਕਰਨਾ ਕਾਸਟ ਜਿਹੜੀ ਹੈ 50% ਰਹਿ ਜਾਂਦੀ ਹੈ। ਉਹਦੇ ਵਾਸਤੇ ਇੱਕ ਅਨਾਉਂਸਮੈਂਟ ਹੋਈ ਸੀ 10 ਸਾਲ ਪਹਿਲੇ, ਸ਼ਾਇਦ ਸੈਂਟਰ ਪੋਰਟ ਬਣਾਉਣ ਦੇ ਪਿੱਛੇ ਕਨਸੈਪਟ ਵੀ ਉਹ ਸੀ। ਮੁੜ ਕੇ ਕੁਝ ਪੋਲੀਟੀਕਲ ਹੇਰਫੇਰ ਹੋਇਆ ਜੀ, ਉਹ ਚਲੀ ਗਈ ਜੀ ਸਸਕੈਚੁਅਨ ਚਲਾ ਗਿਆ ਜੀ। ਸਸਕੈਚੁਅਨ 'ਚ ਬੂਮ ਆ ਗਿਆ, ਘਰਾਂ ਦੀ ਪ੍ਰਾਈਸਿਸ ਜਿਹੜੀਆਂ ਨੇ ਉਹ ਉੱਪਰ ਚਲੀ ਗਈਆਂ, ਕੰਸਟਰਕਸ਼ਨ ਉੱਥੇ ਸ਼ੁਰੂ ਹੋਣੀ ਹੋ ਗਈ। ਹੁਣ 10 ਸਾਲ ਦਾ ਏਜ ਜਿਹੜੀ ਹੈ, 10 ਸਾਲ ਦਾ ਪੀਰੀਅਡ ਹੈ ਜਾਂ 15 ਸਾਲ ਦਾ, ਇੱਕ ਪੂਰੀ ਜਨਰੇਸ਼ਨ ਦਾ ਹਾਫ ਪੀਰੀਅਡ ਹੁੰਦਾ ਹੈ, ਠੀਕ ਹੈ ਜੀ। ਅਗਰ ਤੁਸੀਂ ਇੱਕ ਜਨਰੇਸ਼ਨ ਦੀ ਜਿਹੜੀ ਅੱਧੀ ਜ਼ਿੰਦਗੀ ਜਿਹੜੀ ਹੈ ਉਹ ਇਸੇ ਸੋਚਣ ਚ ਲੰਘਾਤੀ ਕਿ ਆਹ ਚੀਜ਼ ਬਣਨੀ ਹੈ ਨਹੀਂ ਬਣਨੀ ਹੈ, ਤੇ ਬੜੀ ਸਲੋ ਪਲੈਨਿੰਗ ਹੈ। ਬਾਕੀ ਜਿਹੜੀ ਹੁਣੇ ਤੁਸੀਂ ਗੱਲ ਕੀਤੀ ਕਿ $1 ਟ੍ਰਿਲੀਅਨ ਤੱਕ ਜਿਹੜਾ ਬਜਟ ਡੈਫਿਸਿਟ ਹੈ ਉਹ ਚੱਲ ਜਾਣਾ ਹੈਗਾ, ਤੇ ਇਹ ਬੜਾ ਸੀਰੀਅਸ ਇਸ਼ੂ ਹੈਗਾ। ਸ਼ਰਮਾ ਜੀ, ਅਲਬਰਟਾ ਦੇ ਵਿੱਚ ਵੀ ਕੋਈ ਇਹੋ ਜਿਹਾ ਪਲਾਨ ਹੈਗਾ ਸੀ ਜਿਹੜਾ ਕੋਆਰਡੀਨੇਸ਼ਨ ਦੀ ਘਾਟ ਕਰਕੇ ਜਿਹੜਾ ਸਿਰੇ ਨਹੀਂ ਲੱਗਾ? ਸਿੱਖਿਆ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਅਲਬਰਟਾ ਤੇਲ ਤੇ ਹੀ ਖੜਾ ਸੀਗਾ ਜਦ ਅਲਬਰਟਾ ਬਣਿਆ ਹੈ, ਹਾਂਜੀ, ਉਹਦਾ ਆਇਲ ਇੰਡਸਟਰੀ ਫੇਲ ਹੋ ਚੁੱਕੀ ਹੈ, ਔਰ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਇੰਟਰਸਟ ਆਇਲ ਇੰਡਸਟਰੀ ਦੇ ਵਿੱਚ ਹੈ ਨਹੀਂਗਾ। ਔਰ ਆਇਲ ਇੰਡਸਟਰੀ ਫੇਲ ਹੋਣ ਨਾਲ ਸਾਡਾ ਕੋਈ ਬੈਕਅਪ ਨਹੀਂ ਸੀਗਾ ਅਲਬਰਟਾ ਤੇ, ਅਸੀਂ ਕੀ ਚੀਜ਼ ਗਰੋ ਕਰੀਏ। ਔਰ ਦੂਜਾ ਕੋਈ ਇੰਡਸਟਰੀਅਲ ਸੈਕਟਰ ਜਿਹੜਾ ਉਹਨੂੰ ਮਾਰ ਪਈ ਹੈ ਕੋਵਿਡ ਦੀ। ਬਿਲਕੁਲ ਇਸ ਕਰਕੇ ਅਲਬਰਟਾ ਦੇ ਕੋਆਰਡੀਨੇਸ਼ਨ ਹੋਣ ਕਰਕੇ ਇਹ ਦੂਸਰਾ ਸਬਜੈਕਟ ਜਿਹੜਾ ਇਮੀਗ੍ਰੇਸ਼ਨ ਦਾ ਨਹੀਂ, ਉਹ ਹੈਗਾ ਸੈਂਟਰ ਸਰਕਾਰ ਦਾ, ਫੈਡਰਲ ਸਰਕਾਰ ਦਾ। ਜਿਹੜਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੈਗਾ ਉਹ ਫੈਡਰਲ ਤੇ ਪ੍ਰੋਵਿੰਸ਼ੀਅਲ ਮਿਲ ਕੇ ਕਰਦੀ ਜੁਆਇੰਟ ਫੰਡਿੰਗ ਦੇ ਨਾਲ। ਕਿ ਉਧਰੋਂ ਫੈਡਰਲ ਤੋਂ ਪੈਸੇ ਨਹੀਂ ਆਤੇ, ਨਾ ਕੋਈ ਇਨਫਰਾਸਟ੍ਰਕਚਰ ਵੱਧ ਰਿਹਾ, ਨਾ ਹੀ ਆਇਲ ਇੰਡਸਟਰੀ ਗਰੋ ਹੋ ਰਹੀ ਹੈ। ਇਸ ਕਰਕੇ ਨਾ ਕੋਆਰਡੀਨੇਸ਼ਨ ਹੋਰ ਕਰਕੇ ਅਲਬਰਟਾ ਦਾ ਭੱਠਾ ਜ਼ਿਆਦਾ ਅਲਬਰਟਾ ਦੇ ਵਿੱਚ ਸ਼ਰਮਾ ਜੀ ਆਇਲ ਇੰਡਸਟਰੀ ਜਿਹੜੀ ਆ ਉਹ ਖਤਮ ਦੇ ਹੋਣ ਦੇ ਕੰਢੇ ਕਹਿ ਲਓ, ਤੇ ਕਿਸੇ ਹੋਰ ਇੰਡਸਟਰੀ ਵਾਲੇ ਪਾਸੇ ਧਿਆਨ ਨਹੀਂ ਗਿਆ ਸਰਕਾਰ ਦਾ। ਇਹਨਾਂ ਨੇ ਕਦੀ ਕੋਈ ਰਿਸਰਚ ਹੀ ਨਹੀਂ ਕੀਤੀ ਜੀ। ਕੋਈ ਬਾਈ ਪ੍ਰੋਡਕਟ ਹੀ ਉਹਦਾ ਕੱਢ ਲੈਂਦੇ, ਜਿਵੇਂ ਤੇਲ ਚੋਂ ਲੈਡ ਨਿਕਲਦਾ, ਲੈਡ ਮੈਟਲ, ਉਹ ਲੈਡ ਦੀਆਂ ਬੈਟਰੀਆਂ ਜਿਹੜੀਆਂ ਬੜੀਆਂ ਕਾਮਯਾਬ ਆ, ਆਉਣ ਵਾਲੀਆਂ ਕਾਰਾਂ ਬੈਟਰੀਆਂ ਤੇ ਚੱਲਣੀਆਂ। ਠੀਕ ਹੈ। ਔਰ ਬੈਟਰੀ ਇੰਡਸਟਰੀ ਗਰੋ ਕਰ ਸਕਦੀ ਸੀ, ਪਰ ਕਿਉਂਕਿ ਮੁਫਤ ਦੇ ਪੈਸੇ ਪਾਉਂਦੇ ਸੀਗੇ, ਸਰਕਾਰਾਂ ਨੇ ਕਦੇ ਸੋਚਿਆ ਨਹੀਂ ਕਿ ਬੈਰਲ ਦਾ ਰੇਟ $100 ਤੋਂ ਥੱਲੇ ਚਲੋ। ਹਾਂਜੀ ਜਦੋਂ ਥੱਲੇ ਗਿਰਿਆ ਉਹਦੇ ਨਾਲ ਸਾਰੀ ਪ੍ਰੋਫਿਟੇਬਿਲਿਟੀ ਡਿਸਟਰਬ ਹੋ ਗਈ। ਤੋ ਇਸ ਕਰਕੇ ਫਿਲਹਾਲ ਇਹਨਾਂ ਦਾ ਜਾਂ ਰਿਟੇਲ ਇੰਡਸਟਰੀ ਹੈ ਜਾਂ ਆਇਲ ਇੰਡਸਟਰੀ ਹੈ। ਰਿਟੇਲ ਇੰਡਸਟਰੀ ਨੂੰ ਮਾਰ ਬਹੁਤ ਪਈ ਹੈ ਕੋਵਿਡ। ਹਾਂਜੀ ਬਿਲਕੁਲ। ਸਭ ਤੋਂ ਬੁਰਾ ਹਾਲ ਇਸ ਕਰਕੇ ਅਲਬਰਟਾ ਦਾ ਹੈਗਾ। ਠੀਕ ਹੈ ਜਵਿੰਦਰ ਜੀ, ਮੈਂ ਤੁਹਾਡੇ ਕੋਲੋਂ ਇੱਕ ਹੋਰ ਗੱਲ ਪੁੱਛਣੀ ਚਾਹੁੰਦਾ। ਜਦੋਂ ਕੁਝ ਸਮਾਂ ਪਹਿਲਾਂ ਕੁਈਨ ਨੇ ਸਾਡੇ ਵਿਨੀਪੈਗ ਦੇ ਨਵੇਂ 에ਅਰਪੋਰਟ ਦਾ ਉਦਘਾਟਨ ਕੀਤਾ ਸੀਗਾ, ਤੇ ਇਹਦਾ ਨਾਮ ਰੱਖਤਾ ਸੀ ਇੰਟਰਨੈਸ਼ਨਲ 에ਅਰਪੋਰਟ। ਠੀਕ ਹੈ ਜੀ। ਉਂਝ ਲੱਗਦਾ ਸੀਗਾ ਕਿ ਹੁਣ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਇਆ ਕਰਨਗੀਆਂ। ਫਿਲੀਪੀਨੋ ਕਮਿਊਨਿਟੀ ਵੀ ਖੁਸ਼ ਸੀਗੀ ਕਿ ਮਨੀਲਾ ਤੋਂ ਸਿੱਧੀ ਵਿਨੀਪੈਗ ਆਇਆ ਕਰੇਗੀ, ਹੈ ਨਾ ਜੀ। ਤੇ ਅਸੀਂ ਵੀ ਸੀਗੇ ਕਿ ਐਡੀ ਦੂਰੋਂ ਚਲੋ ਇੰਡੀਆ ਤੋਂ ਆਉਣਾ ਹੈਗਾ, ਇੱਕ ਅੱਧਾ ਸਟੇ ਹੋਇਆ ਕਰੇਗਾ ਯੂਰਪ ਵਿੱਚ ਕਿਸੇ ਕੰਟਰੀ 'ਚ, ਤੇ ਘੰਟੇ 2 ਘੰਟੇ ਚਲੋ ਕੱਢ ਲਾਂਗੇ, ਸੌਖੇ 4 ਵੀ ਕੱਢ ਲਾਂਗੇ, ਤੇ ਫਿਰ ਸਿੱਧਾ ਵਿਨੀਪੈਗ। ਨਾ ਸਾਨੂੰ ਵੈਨਕੂਵਰ ਰੁਕਣਾ ਪਏਗਾ ਆ ਕੇ ਫਲਾਈਟ ਚੇਂਜ ਕਰਨੀ ਪਏਗੀ, ਨਾ ਸਾਨੂੰ ਫਲਾਈਟ ਚੇਂਜ ਕਰਨੀ ਪਏਗੀ ਟੋਰਾਂਟੋ ਜਾਂ ਕੈਲਗਰੀ ਦੀ। ਤੇ ਉਹ ਨਾ ਹੀ ਇੰਟਰਨੈਸ਼ਨਲ ਰਹਿ ਗਿਆ, ਤੇ ਇੰਟਰਨੈਸ਼ਨਲ ਫਲਾਈਟਾਂ ਤਾਂ ਚਲੀਆਂ ਹੀ ਨਹੀਂ। ਇਹਦੇ ਪਿੱਛੇ ਵੀ ਤੁਹਾਨੂੰ ਲੱਗਦਾ ਕਿ ਰੀਜ਼ਨ ਇਸ ਤਰ੍ਹਾਂ ਦਾ ਹੀ ਹੋਊਗਾ ਕੋਈ, ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜਿਹੜੀ ਨਾਨ ਕੋਆਰਡੀਨੇਸ਼ਨ ਹੈ? ਜਿਸ ਤਰ੍ਹਾਂ ਸ਼ਰਮਾ ਜੀ ਨੇ ਹੁਣੇ ਅਲਬਰਟਾ ਤੋਂ ਦੱਸਿਆ ਹੈ ਕਿ ਜਿਹੜਾ ਬਜਟ ਡੈਫਿਸਿਟ ਹੈ ਉਹਦੀ ਗੱਲ ਕੀਤੀ ਹੈ, ਔਰ ਕੋਵਿਡ ਦੀ ਗੱਲ ਕੀਤੀ ਹੈ। ਆਪਾਂ ਹੁਣ ਤੱਕ ਦੀ ਡਿਸਕਸ਼ਨ ਦੇ ਵਿੱਚ ਕੋਵਿਡ ਦਾ ਜਿਹੜਾ ਰੋਲ ਹੈਗਾ ਜਾਂ ਕੋਵਿਡ ਦੀ ਜਿਹੜੀ ਮਾਰ ਹੈ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਠੀਕ ਹੈ ਜੀ। ਪਰ ਮੈਂ ਸਮਝਦਾ ਕਿ ਬੜੀ ਵੱਡੀ ਮਾਰ ਹੈ। ਮੇਰੇ ਖਿਆਲ ਮੇਰੇ ਲਾਈਫ ਟਾਈਮ ਦੇ ਵਿੱਚ ਤੇ ਇੰਨੀ ਵੱਡੀ ਮਾਰ ਬਿਜ਼ਨਸ ਨੂੰ ਪਹਿਲਾਂ ਕਦੀ ਨਹੀਂ ਪਈ। ਸਾਡੀ ਸਾਰੀ ਜਿੰਨੀ ਵੀ ਜਨਰੇਸ਼ਨ ਆ ਜੀ, ਜਿਸ ਏਜ 'ਚ ਅਸੀਂ ਹੈਗੇ ਆ, ਔਰ ਸਾਡੇ ਤੋਂ 10 ਸਾਲ ਵੱਡੇ ਵੀ ਜਿਹੜੇ ਹੈਗੇ ਆ, ਉਹਨਾਂ ਨੇ ਵੀ ਇਹ ਕਦੀ ਮੌਕਾ ਨਹੀਂ ਦੇਖਿਆ ਨਹੀਂ। ਔਰ ਸਭ ਤੋਂ ਅਨਫੋਰਚੂਨੇਟ ਐਸਪੈਕਟ ਇਹ ਹੈ ਕਿ ਸਾਨੂੰ ਇਹਦਾ ਐਂਡ ਨਜ਼ਰ ਨਹੀਂ ਆ ਰਿਹਾ। ਹੁਣੇ ਆਪਾਂ ਜਦੋਂ ਆਫ ਦਾ ਰੈਕਡ ਗੱਲ ਕਰ ਰਹੇ ਸੀ, ਤੇ ਆਪਾਂ ਗੱਲ ਕਰ ਰਹੇ ਸੀ ਕਿ ਸ਼ਾਇਦ ਜਨਵਰੀ 'ਚ, ਫਰਵਰੀ 'ਚ ਤੁਸੀਂ ਕਿਹਾ ਜੀ ਸਾਰਾ ਸਿਆਲ
ਮੇਬੀ ਨੈਕਸਟ ਈਅਰ ਹਨਾ ਇਸ ਤਰ੍ਹਾਂ ਦੀ ਇਹਦੇ ਵਿੱਚ ਸਭ ਤੋਂ ਵੱਧ ਡਰ ਕਿਹਦਾ ਹੁੰਦਾ? ਕਿਹਨੂੰ ਡਰ ਹੁੰਦਾ? ਬਿਜ਼ਨਸਮੈਨ ਨੂੰ, ਠੀਕ ਹੈ, ਜਿੰਨੇ ਆਪਣੀ ਚੀਜ਼ ਵੇਚਣੀ ਹੈ ਤੇ ਉਹਦਾ ਲੈ ਕੇ ਤੇ ਉਹ EMPLOYEES ਨੂੰ ਡਿਸਟ੍ਰੀਬਿਊਟ ਕਰਨੀ। ਹੁਣ ਤੁਸੀਂ ਦੇਖੋ ਇਹ 12 ਲੱਖ ਦੀ ਤੇ ਅਨਾਉਂਸਮੈਂਟ ਕਰ ਦਿੱਤੀ, ਠੀਕ ਹੈ ਜੀ, ਅਨਾਉਂਸਮੈਂਟ ਕਰ ਦਿੱਤੀ, ਠੀਕ ਹੈ ਜੀ, ਪਤਾ ਨਹੀਂ ਕੀ ਮੋਟਿਵ ਸੀ, ਕੀ ਪਰਪਸ ਸੀ ਉਹਦਾ, ਲੇਕਿਨ ਇਸ ਚੀਜ਼ ਦੀ ਅਨਾਉਂਸਮੈਂਟ ਨਹੀਂ ਕੀਤੀ ਕਿ ਜਿਹੜਾ ਸਿਸਟਮ, ਜਿਹੜਾ ਇਕਨੋਮਿਕ ਸਿਸਟਮ ਹੈ ਉਹ ਥੱਲੇ ਜਾਏਗਾ, ਉਹਦੀ ਰਿਕਵਰੀ ਕਿਸ ਤਰ੍ਹਾਂ ਕਰਨੀ ਹੈਗੀ, ਠੀਕ ਹੈ। ਮੈਂ ਇੱਕ ਮਿੰਟ, ਹਾਂਜੀ, ਇਹ ਚੀਜ਼ ਜਿਹੜੀ ਹੈ ਨਾ, ਜਦੋਂ ਸਰਕਾਰਾਂ ਆਮ ਬੰਦੇ ਨੂੰ ਵੱਜਦੀਆਂ ਸੱਟਾਂ ਤੋਂ ਇਗਨੋਰ ਹੋ ਕੇ ਪੋਲੀਟੀਕਲ ਅਨਾਉਂਸਮੈਂਟ ਵੱਲ ਧਿਆਨ ਦਿੰਦੀਆਂ, ਉਹ ਮਾੜੇ ਸਾਈਨ ਹੈਗੇ ਆ, ਔਰ ਬੜਾ ਹੀ ਉਹਦੇ ਵਾਸਤੇ ਆਮ ਬੰਦੇ ਨੂੰ ਤਿਆਰ ਰਹਿਣਾ ਚਾਹੀਦਾ ਹੈ। ਗੁਪਤਾ ਜੀ ਜਵੰਦਾ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਬਿਜ਼ਨੈਸਿਸ ਜਿਹੜੇ ਨਾ ਉਹ ਸਭ ਤੋਂ ਵੱਧ ਇਫੈਕਟਿਵ ਹੋਏ ਆ COVID-19 ਦੇ ਵਿੱਚ, ਠੀਕ ਹੈ ਜੀ, ਔਰ ਉਹਨਾਂ ਨੂੰ ਦੁਬਾਰਾ ਪੈਰਾਂ 'ਤੇ ਖੜੇ ਕਰਨ ਦੇ ਲਈ ਕੋਸ਼ਿਸ਼ ਤਾਂ ਹੋਈ ਹੈ, ਪਰ ਕਿੰਨੀ ਕੁ ਹੋਈ ਹੈ ਇਹ ਉਹ ਸਫੀਸ਼ੀਐਂਟ ਨਹੀਂ ਹੈ। ਤੁਸੀਂ ਕੀ ਦੱਸਦੇ ਹੋ ਕਿ ਬਿਜ਼ਨੈਸਿਸ ਜਿਹੜੇ ਹੈਗੇ ਉਹਨਾਂ ਦੀ ਕੀ ਸਿਚੁਏਸ਼ਨ ਹੈ ਮੈਨੀਟੋਬਾ ਲੈਵਲ ਤੇ? स्पेशली जो हॉस्पिटैलिटी इंडस्ट्री जो है उनको फ़र्क पड़ा है, रेस्टोरेंट बिल्कुल तबाह हो गए हैं, होटल बिजनेस सारे खत्म हैं, बहुत फ़र्क पड़ा है। खाने वाली जो एसेंशियल चीज़ें हैं उनमें कोई इतना फ़र्क नहीं पड़ा, लेकिन चीज़ें महंगी हुई हैं, कई कोविड की वजह से कई चीज़ें आ नहीं रही, जो मिल रही हैं। ਕਿਹੜੀਆਂ ਚੀਜ਼ਾਂ ਮਹਿੰਗੀਆਂ ਤੁਸੀਂ ਮਹਿਸੂਸ ਕਰਦੇ? ਕਿਹੜੀਆਂ ਮਹਿੰਗੀਆਂ ਹੋ ਗਈਆਂ? ਡੇਲੀ ਯੂਜ਼ ਦੀਆਂ ਚੀਜ਼ਾਂ, डेली यूज की चीज़ें काफ़ी, ਜਿਹੜੀਆਂ ਸਾਡੀ ਕਿਚਨ 'ਚ ਯੂਜ਼ ਹੁੰਦੀਆਂ, ਉਹ ਚੀਜ਼ਾਂ ਦੇ ਰੇਟ ਵੱਧ ਗਏ। बस मैनिटोबा के लिए एक हैप्पी न्यूज़ यही है कि हाल ही में जो अमेज़ॉन का जो यहाँ क्वार्टर खुलने वाला है, उसमें दैट विल क्रिएट सम जॉब्स। ਉਹ ਪੱਕੀ ਗੱਲ ਹੈ ਖੁੱਲਣਾ? हाँ, जनवरी में हो जाएगा। ਕਈ ਵਾਰ ਇਦਾਂ ਹੁੰਦਾ ਨਾ, नहीं, ਅਨਾਉਂਸਮੈਂਟ ਹੋ ਗਈ, ਬਾਅਦ जगह भी ਕਹਿੰਦਾ ਨਹੀਂ लगी, ਜੀ, अलॉटमेंट भी डर हो के गई, चला गया। नहीं एवरीथिंग हो गया, दे आर अनाउंस द जॉब ओपनिंग के लिए उन्होंने। ਸ਼ਰਮਾ ਜੀ, ਮੈਂ ਤੁਹਾਡੇ ਤੋਂ ਪੁੱਛ ਲਵਾਂ ਜੀ, ਅਲਬਰਟਾ ਦੇ ਵਿੱਚ COVID-19 ਦੇ ਦੌਰਾਨ ਬਿਜ਼ਨੈਸਿਸ ਜਿਹੜੇ ਹੈਗੇ, ਕਿਹੜੇ ਬਿਜ਼ਨਸ ਵੱਧ ਪ੍ਰਭਾਵਿਤ ਹੋਏ ਜੀ? ਸਭ ਤੋਂ ਜਿਹੜਾ ਇਫੈਕਟ ਪਿਆ ਸੀ ਨਾ, ਉਹ ਪਿਆ ਜੀ ਰਿਟੇਲ ਇੰਡਸਟਰੀ ਤੇ। ਐਮਾਜ਼ੋਨ ਜਿਹੜਾ ਹੈ ਰਿਟੇਲ ਬਿਜ਼ਨਸਿਸ ਨੂੰ ਖਾ ਗਿਆ। ਐਮਾਜ਼ੋਨ ਤੋਂ ਤੁਸੀਂ ਜੋ ਮਰਜ਼ੀ ਲੈ ਲਓ, ਟਰੱਕ ਦੇ ਅਗਲੇ ਦਿਨ ਘਰੇ ਪਹੁੰਚਦਾ ਹੈ। बिल्कुल ਬਿਲਕੁਲ, ਹਾਂਜੀ। ਉਹਦੇ ਨਾਲ ਜਿਹੜੇ ਕਾਫੀ ਰਿਟੇਲ ਬਿਜ਼ਨਸਿਸ ਸੀਗੇ, ਕਾਫੀ ਜਿਹੜੇ ਕਲੋਥਿੰਗ ਬਿਜ਼ਨਸ ਵਾਲੇ ਸੀਗੇ, ਉਹ ਸਾਰੇ ਠੱਪ ਹੋ ਗਏ ਹੈ, ਔਰ ਉਹਨਾਂ ਦੀ ਦੁਕਾਨਾਂ ਹੋ ਗਈਆਂ ਬੰਦ। ਜਿਵੇਂ ਗੁਪਤਾ ਜੀ ਨੇ ਗੱਲ ਕੀਤੀ ਹਸਪਿਟੈਲਿਟੀ ਦੀ, ਹਸਪਿਟੈਲਿਟੀ ਵਾਲਾ ਬਿਜ਼ਨਸ ਤੁਹਾਡੇ ਕਿਵੇਂ ਜੀ? ਹਸਪਿਟੈਲਿਟੀ ਦਾ ਹੈ ਨਾ ਜੀ, ਕਿਉਂਕਿ ਕਾਰਪੋਰੇਟ ਖਤਮ ਹੋਣ ਦੇ ਨਾਲ ਮੈਨੂੰ ਨਹੀਂ ਲੱਗਦਾ 10% ਵੀ ਆਕੂਪੈਂਸੀ ਹੋਏ होटल, हाँ, 10% ट्रैवल इंडस्ट्री, होटल इंडस्ट्री, इट अफेक्टेड सो मच। ਹਾਂਜੀ, ਇਹ ਤਾਂ ਗੱਲ ਠੀਕ ਹੈ ਜੀ। ਸ਼ਰਮਾ ਜੀ, ਜਦੋਂ ਸਾਡੇ ਇੰਟਰਨੈਸ਼ਨਲ 에ਅਰਪੋਰਟ ਬਣਿਆ ਸੀਗਾ ਤੇ 에ਅਰਪੋਰਟ ਦੇ ਆਲੇ ਦੁਆਲੇ 7 ਵੱਡੇ ਹੋਟਲ ਬਣੇ ਸੀ, ਮਲਟੀ ਸਟੋਰੀ ਬਿਲਡਿੰਗਸ ਜਿਹੜੀਆਂ ਹੋਟਲ ਬਣੇ ਉੱਥੇ, ਫॉर ਵੈਲ ਫਰਨਿਸ਼ਡ, ਮਹਿੰਗੇ, ਸ਼ਹਿਰ ਡਾਊਨਟਾਊਨ ਦੇ ਨਾਲੋਂ ਉੱਥੇ ਸਗੋਂ ਮਹਿੰਗੇ ਸੀਗੇ। ਉਹ 7 ਵਿੱਚ ਇਸ ਵੇਲੇ 10% ਸ਼ਰਮਾ ਜੀ ਕਹਿੰਦੇ, ਮੈਨੂੰ ਲੱਗਦਾ ਵੀ 2% ਵੀ ਨਹੀਂ ਹੋਣੀ ਸਾਡੀ ਆਕੂਪੈਂਸੀ। ਫਲਾਈਟਾਂ ਨਹੀਂ ਆਉਂਦੀਆਂ, ਬਾਹਰ ਲੋਕ ਆਉਂਦੇ ਹੀ ਨਹੀਂ ਪਏ, ਤੇ ਉਹ ਆਕੂਪੈਂਸੀ ਕਾਹਦੇ ਨਾਲ ਹੋਣੀ? ਮੈਂ ਇੱਕ ਛੋਟੇ ਜਿਹੇ ਰੈਸਟੋਰੈਂਟ ਦੀ ਗੱਲ ਦੱਸਦਾ ਕਿ ਮੈਂ ਕੋਈ ਚੀਜ਼ ਲੈਣ ਗਿਆ ਉੱਥੇ, ਤੇ ਅੱਗੇ ਫਰੰਟ ਡੈਸਕ ਤੇ 2-3 ਕੁੜੀਆਂ ਹੁੰਦੀਆਂ ਸੀ ਜਿਹੜੀਆਂ ਡੀਲ ਕਰਦੀਆਂ ਸੀ। ਆਰਡਰ ਲੈਣਾ ਉਹਨਾਂ ਨੇ ਕਰਨਾ, ਉਸ ਦਿਨ ਸਿਰਫ ਇੱਕ ਹੀ ਸੀ ਉੱਥੇ, ਕੁੱਕ ਸੀ। ਉਹ ਜਦੋਂ ਘੰਟੀ ਵੱਜਦੀ ਸੀ, ਅੰਦਰੋਂ ਆਉਂਦਾ ਸੀ, ਪਿਕਅਪ ਕਰਕੇ ਆਰਡਰ ਪਲੇਸ ਜਿਹੜਾ ਬੰਦਾ ਕਰਦਾ ਉਹਦਾ ਲਿਖ ਕੇ ਬਣਾ ਕੇ ਤੇ ਫਿਰ ਉਹ ਕਰਦਾ ਸੀ। ਮੈਂ ਕਿਹਾ ਇਹ ਕਿਸ ਤਰ੍ਹਾਂ, ਕਿਉਂ ਹੋ ਰਿਹਾ ਹੈ? ਠੀਕ ਹੈ ਜੀ, ਕਹਿੰਦਾ ਹੋਣਾ ਹੀ ਹੈ ਜੀ, 20% ਸੇਲ ਰਹਿ ਗਈ ਸਾਡੀ, 20-25%। ਸੋ ਮੈਂ ਕਹਿ ਰਿਹਾ ਸੀ, ਮੈਂ ਕਿਹਾ ਵੀ ਫਿਰ ਤੁਹਾਡਾ ਕੋਈ ਬੇਲ ਆਊਟ ਗਵਰਨਮੈਂਟ ਨੇ ਕੀਤਾ, ਕੋਈ ਤੁਹਾਨੂੰ ਸਪੋਰਟ ਕੀਤਾ? ਕਹਿੰਦੇ ਸ਼ੁਰੂ 'ਚ ਕੀਤਾ ਸੀ, ਹੁਣ ਕਹਿੰਦਾ ਵੀ ਆਪਣੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਠੀਕ ਹੈ ਜੀ ਸ਼ਰਮਾ ਜੀ, ਸਾਡੇ ਕੋਲ ਸਮਾਂ ਸਿਰਫ 2 ਮਿੰਟ ਦਾ ਬਾਕੀ ਹੈ ਜੀ। ਕੁਝ ਗੱਲਾਂ ਸਾਡੀ ਗੱਲਬਾਤ ਦੇ ਵਿੱਚੋਂ ਹੋ ਸਕਦਾ, ਕਿਉਂਕਿ ਤੁਸੀਂ ਦੂਰ ਬੈਠੇ ਹੋ, ਅਸੀਂ ਤਿੰਨੇ ਇਕੱਠੇ ਬੈਠੇ ਹਾਂ, ਅਸੀਂ ਆਪਸ ਵਿੱਚ ਅੱਖਰ ਲਾ ਲੈਂਦੇ ਹਾਂ, ਤੁਹਾਡੇ ਨਾਲ ਗੱਲ ਬਣਦੀ ਨਹੀਂ ਸਾਡੀ। ਤੇ ਕੋਈ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਕਰਨੀ ਚਾਹੁੰਦੇ ਹੋ ਇਸੇ ਸੰਦਰਭ ਵਿੱਚ, ਜਿਹੜੀ ਮੈਂ ਸ਼ੁਰੂ ਕੀਤੀ ਸੀਗੀ, ਪ੍ਰੋਵਿੰਸ਼ੀਅਲ ਗਵਰਨਮੈਂਟ ਔਰ ਫੈਡਰਲ ਗਵਰਨਮੈਂਟ ਦੀ ਕੋਆਰਡੀਨੇਸ਼ਨ ਤੇ ਤੁਸੀਂ ਗੱਲ ਕੀਤੀ ਸੀ ਜੀ। ਕੋਆਰਡੀਨੇਸ਼ਨ ਹਮੇਸ਼ਾ ਹੀ ਉੱਪਰ ਤੇ ਥੱਲੇ ਕੋ ਪਾਰਟੀ ਤੇ ਸਹਿਮਤੀ ਨਾਲ ਚੱਲਦੇ ਆ, ਨਹੀਂ ਤਾਂ ਹਮੇਸ਼ਾ ਹੀ ਡਿਸਟਰਬ ਰਹਿੰਦੀ ਹੈ। ਆਪੋ ਤਾਪੀ ਜਿਹਨੂੰ ਕਹਿੰਦੇ ਆ ਪੰਜਾਬੀ 'ਚ, ਉੱਪਰ ਵਾਲਾ ਕਹਿੰਦਾ ਮੈਂ ਬਿਸਕੁਟ ਖਾ ਜਾ, ਮੈਂ ਕੇਕ ਖਾ ਜਾ, ਥੱਲੇ ਵਾਲੇ ਦੇ ਬੌਦਰ ਨਹੀਂ ਕਰਦੇ ਹੋ। ਜੇ ਦੋਨੋਂ ਹੋਣ ਤਾਂ ਰਾਬਤਾ ਠੀਕ ਰਹਿੰਦਾ ਹੈ। ਔਰ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਚੁਣੌਤੀ ਹੈ ਕਿ ਉੱਪਰ ਤੇ ਥੱਲੇ ਸਰਕਾਰ ਸੇਮ ਪਾਰਟੀ ਬਣਾਏ। ਠੀਕ, ਬਹੁਤ ਵਧੀਆ ਗੱਲ। ਹਾਂਜੀ ਗੁप्ता जी, ਅਖੀਰ ਤੱਕ ਸ਼ੇਰ ਸ਼ਰਮਾ ਨੂੰ ਹੋਰ ਸੁਣਾਤਾ ਜਾਵੇ। वो आए भी दरवाजे तक, बिन बात किए ही खड़ा रहा, हम तोहफा दिल भी दे ना सके, सीने में लपेटा पड़ा रहा,
सोचा था रिश्ता जोड़ ही लें, इस मोहरे सकूत को तोड़ ही लें, पर इस दिल की शरारतों देखो बस अपनी जिद पे अड़ा रहा। शर्मा जी आपके साथ बात करके बहुत बढ़िया लगा। हाँ जी जल्दी गिफ्ट लैन आवांगा, मिनी पैक मुझे पता है। हाँ जी ठीक है जी, ਠੀਕ ਹੈ ਠੀਕ। ਉਹ ਤੁਹਾਨੂੰ ਲਾ ਕੇ ਨਹੀਂ ਕਿਹਾ ਜੀ, ਉਹ ਸ਼ੇਰ ਵੈਸੇ ਉਹਦੇ ਜ਼ਹਿਨ ਚ ਉਤਰਿਆ ਤੇ ਉਹਦੇ ਉਹਨੇ ਸੁਣਾਤਾ। ਤੇ ਸਾਨੂੰ ਬੜੀ ਖੁਸ਼ੀ ਹੋਊਗੀ ਜਦੋਂ ਮਿਨੀ ਪੈਕ ਗਾਓਗੇ ਤੇ ਆਪਾਂ ਸਟੂਡੀਓ 'ਚ ਬੈਠ ਕੇ ਫਿਰ ਆਮੋ ਸਾਹਮਣੇ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਜੀ। ਉਮੀਦ ਹੈ ਕਿ ਸਾਡੇ ਸਰੋਤਿਆਂ ਨੂੰ ਸਾਡੀ ਇਹ ਵਾਰਤਾਲਾਪ ਜਿਹੜੀ ਕਰੰਟ ਮੁੱਦਾ ਸੀਗਾ ਇਸ ਸਬਜੈਕਟ ਦੇ ਉੱਤੇ ਸਾਡੀ ਗੱਲਬਾਤ ਜਿਹੜੀ ਆ ਉਹ ਪਸੰਦ ਆਈ ਹੋਏਗੀ। ਤੁਸੀਂ ਆਪਣੀ ਫੀਡਬੈਕ ਦਿੰਦੇ ਰਹਿਣਾ ਜੀ। ਇਹ ਪ੍ਰੋਗਰਾਮ ਲਗਾਤਾਰ ਤੁਸੀਂ ਰੇਡੀਓ ਤੇ ਫੇਸਬੁੱਕ ਤੇ ਵੀ ਦੇਖੋਗੇ, ਰੇਡੀਓ ਤੇ ਸੁਣੋਗੇ ਔਰ YouTube ਤੇ ਵੀ ਆਉਂਦਾ। ਤੁਹਾਡੇ ਫੀਡਬੈਕ ਦੀ ਸਾਨੂੰ हमेशा उड़ीक रहेगी। थैंक यू वेरी मच। और वॉइस ऑफ इंडिया के साथ जुड़ने के लिए आप सबका बहुत बहुत शुक्रिया। बहुत धन्यवाद। थैंक यू जी शर्मा जी, मेहरबानी।